ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਈਡੀ ਬਾਰੇ, ਜਾਣੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਬਾਰੇ। ਕਿਉਂ ਇਸ ਤੋਂ ਸਾਰੇ ਟੌਪ ਲੈਵਲ ਦੇ ਆਫੀਸਰ ਅਤੇ ਨੇਤਾ ਅਤੇ ਜਿਹੜੇ ਹੋਰ ਵੀ ਇੰਡੀਆ ਦੇ ਧਨਾੜ ਬੰਦੇ ਆ ਉਸ ਟਾਈਮ 'ਤੇ ਡਰ ਰਹੇ ਨੇ। ਇਹ ਕਿਉਂ ਇੰਨਾ ਜ਼ਿਆਦਾ ਨਿਊਜ਼ ਦੇ ਵਿੱਚ ਹੈ, ਇਸ ਕੋਲ ਕੀ ਸ਼ਕਤੀਆਂ ਅਤੇ ਈਡੀ ਵਿੱਚ ਜੋ ਜੋਬ ਹੈ ਉਹ ਕਿਸ ਤਰ੍ਹਾਂ ਮਿਲ ਸਕਦੀ ਹੈ, ਕਿਸ ਤਰ੍ਹਾਂ ਇਸ ਵਿੱਚ ਅਸੀਂ ਐਂਟਰ ਹੋ ਸਕਦੇ ਹਾਂ। ਉਸ ਤੋਂ ਇਲਾਵਾ ਮਨੀ ਲਾਂਡਰਿੰਗ ਅਤੇ ਹਵਾਲਾ ਮਨੀ ਕੀ ਹੁੰਦੀ ਹੈ। ਤਾਂ ਇਹ ਸਾਰੀਆਂ ਬੇਸਿਕ ਚੀਜ਼ਾਂ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਾਣਾਂਗੇ ਕਿ ਈਡੀ ਆਪਣਾ ਕੰਮ ਕਿਸ ਤਰ੍ਹਾਂ ਕਰਦੀ ਹੈ। ਤਾਂ ਉਸ ਤੋਂ ਪਹਿਲਾਂ ਅਸੀਂ ਕੁਝ ਕੇਸਿਸ ਡਿਸਕਸ ਕਰਦੇ ਹਾਂ ਜਿਨ੍ਹਾਂ ਕਰਕੇ ਈਡੀ ਹਾਲ ਹੀ ਦੇ ਦਿਨਾਂ ਵਿੱਚ ਨਿਊਜ਼ ਦੇ ਵਿੱਚ ਆਈ ਹੈ ਅਤੇ ਪਿਛਲੇ ਕੁਝ ਕਾਫੀ ਸਾਲਾਂ 'ਚੋਂ ਜੋ ਇਹ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਰਹੀ ਹੈ। ਤਾਂ ਇਹਨਾਂ ਨਿਊਜ਼ ਕਰਕੇ ਜੋ ਈਡੀ ਦਾ ਖੌਫ ਹੈ, ਜਾਂ ਤੁਸੀਂ ਕਹਿ ਸਕਦੇ ਹੋ ਜੋ ਡਰ ਹੈ, ਉਹ ਜੋ ਟੌਪ ਲੈਵਲ ਦੇ ਲੋਕਾਂ ਵਿੱਚ ਹੈ ਉਹ ਬਾਕੀ ਏਜੰਸੀਆਂ ਨਾਲੋਂ ਕਿਤੇ ਜ਼ਿਆਦਾ ਵੱਧ ਗਿਆ। ਜਦੋਂ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਲੋਕਾਂ ਨੂੰ ਪਤਾ ਵੀ ਨਹੀਂ ਸੀ ਕਿ ਈਡੀ ਚੀਜ਼ ਕੀ ਹੈ ਜਾਂ ਈਡੀ ਨਾਮ ਦੀ ਕੋਈ ਏਜੰਸੀ ਇੰਡੀਆ ਦੇ ਵਿੱਚ ਹੈਗੀ ਵੀ ਹੈ। ਤਾਂ ਹਾਲ ਹੀ ਵਿੱਚ ਈਡੀ ਨੇ ਜੋ ਕੇਸ ਕੀਤੇ ਨੇ ਉਹਨਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਰਾਹੁਲ ਗਾਂਧੀ ਨੂੰ ਬੁਲਾ ਕੇ 12 ਘੰਟੇ ਤੱਕ ਲਗਾਤਾਰ ਪੁੱਛਤਾਛ ਕੀਤੀ ਹੈ ਅਤੇ ਕਈ ਵਾਰੀ ਇਹਨਾਂ ਨੂੰ ਬੁਲਾਇਆ ਜਾ ਚੁੱਕਿਆ, ਜੋ ਕਿ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਸੀਗੇ। ਕਾਫੀ ਵੱਡੇ ਲੈਵਲ ਦੇ ਤੁਸੀਂ ਨੇਤਾ ਕਹਿ ਸਕਦੇ ਹੋ ਇਹਨਾਂ ਨੂੰ। ਤਾਂ ਉਹਨਾਂ ਨੂੰ ਬੁਲਾ ਕੇ ਇੰਨੇ ਲੰਬੇ ਘੰਟੇ ਤੱਕ ਪੁੱਛਤਾਛ ਕਰਨੀ। ਉਸ ਤੋਂ ਬਾਅਦ ਇਹਨਾਂ ਨੇ ਹੈਲਥ ਮਿਨਿਸਟਰ ਜੀ, ਦਿੱਲੀ ਦੇ ਹੈਲਥ ਮਿਨਿਸਟਰ ਨੇ ਸਤਿੰਦਰ ਜੈਨ, ਉਹਨਾਂ ਨੂੰ ਅਰੈਸਟ ਕੀਤਾ। ਇਸ ਤੋਂ ਇਲਾਵਾ ਇੱਕ ਸੰਜੇ ਰਾਉਤ ਨੇ ਜੋ ਕਿ ਮਹਾਰਾਸ਼ਟਰ ਵੱਲ ਬਹੁਤ ਹੀ ਫੇਮਸ ਨੇਤਾ ਨੇ, ਇਹਨਾਂ ਦੀ ਕਾਫੀ ਇਨਫਲੂਐਂਸ ਹੈ ਮਹਾਰਾਸ਼ਟਰ ਦੇ ਵਿੱਚ, ਜੋ ਸ਼ਿਵ ਸੈਨਾ ਨੂੰ ਬਿਲੋਂਗ ਕਰਦੇ ਨੇ। ਤਾਂ ਇਹਨਾਂ ਨੂੰ ਅਰੈਸਟ ਕਰ ਦਿੱਤਾ ਜਿਨ੍ਹਾਂ ਨੂੰ ਅਜੇ ਤੱਕ ਅੱਜ ਦੀ ਡੇਟ ਤੱਕ ਵੀ ਬੇਲ ਨਹੀਂ ਮਿਲੀ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਈਡੀ ਦਾ ਇੱਕ ਕੇਸ ਦੇਖਣ ਨੂੰ ਆਇਆ ਸੀ ਜਦੋਂ ਇਹਨਾਂ ਨੇ ਚਰਨਜੀਤ ਚੰਨੀ ਦੇ ਜੋ ਚਰਨਜੀਤ ਚੰਨੀ ਜੀ ਆਪਣੇ ਪਹਿਲਾਂ ਸੀਐਮ ਸੀ, ਜੋ ਇਹਨਾਂ ਦੇ ਨੈਫਿਊ ਸੀ, ਤਾਂ ਉਹਨਾਂ ਨੂੰ ਇਹਨਾਂ ਨੇ ਅਰੈਸਟ ਕੀਤਾ ਸੀਗਾ ਮਾਈਨਿੰਗ ਦੇ ਕੇਸ ਵਿੱਚ, ਜੋ ਰੇਤ ਮਾਫੀਆ ਦੇ ਕੇਸ ਵਿੱਚ ਅਰੈਸਟ ਕੀਤਾ ਸੀ, ਜਿਨ੍ਹਾਂ ਦੇ ਹੁਣ ਚਾਰਜ ਵੀ ਲੱਗ ਗਿਆ। ਤਾਂ ਇਹ ਕੁਝ ਕੇਸ ਨੇ ਈਡੀ ਦੇ। ਇਸ ਤੋਂ ਇਲਾਵਾ ਵੀ ਤੁਸੀਂ ਕਾਫੀ ਕੇਸਿਸ ਦੇ ਵਿੱਚ ਵੇਖਿਆ ਹੋਣਾ ਕਿ ਜੋ ਇੱਕ ਇਹਨਾਂ ਨੇ ਆਈਏਐਸ ਮੈਡਮ ਨੂੰ ਵੀ ਅਰੈਸਟ ਕੀਤਾ ਸੀ, ਜਿਨ੍ਹਾਂ ਕੋਲੋਂ ਵੀ ਕਾਫੀ ਕਰੋੜਾਂ ਰੁਪਈਆ ਮਿਲਿਆ ਸੀਗਾ। ਇਸ ਤੋਂ ਇਲਾਵਾ ਤੁਸੀਂ ਸੁਣਿਆ ਹੋਣਾ ਯੂਪੀ ਦੇ ਵਿੱਚ ਇੱਕ ਇੱਤਰ ਦੇ ਵਪਾਰੀ ਸੀ, ਉਹਨਾਂ ਦੇ ਕੋਲੋਂ 250 ਕਰੋੜ ਦੇ ਲਗਭਗ ਇਹਨਾਂ ਨੇ ਪੈਸੇ ਜੋ ਉੱਥੋਂ ਫਰੀਜ਼ ਕੀਤੇ ਸੀਗੇ। ਤਾਂ ਇਹਨਾਂ ਈਡੀ ਨਿਊਜ਼ ਦੇ ਵਿੱਚ ਕਿਵੇਂ ਰਹਿੰਦੀ ਹੈ, ਈਡੀ ਨੂੰ ਇੰਨੀ ਪਾਵਰ ਕਿੱਥੋਂ ਮਿਲਦੀ ਹੈ ਕਿ ਇੰਨੀਆਂ ਟੌਪ ਲੈਵਲ ਦੇ ਜੋ ਆਫੀਸਰਸ ਦਾ ਅਤੇ ਨੇਤਾ ਨੂੰ ਇਹ ਅਰੈਸਟ ਕਰ ਸਕਦੀ ਹੈ, ਉਹਦੇ ਬਾਰੇ ਅਸੀਂ ਜਾਣਾਂਗੇ। ਤਾਂ ਈਡੀ ਦਾ ਜੋ ਮੇਨ ਕੰਮ ਹੈ, ਸਭ ਤੋਂ ਪਹਿਲਾਂ ਅਸੀਂ ਉਹ ਜਾਣਦੇ ਹਾਂ ਕਿ ਈਡੀ ਦਾ ਮੇਨ ਕੰਮ ਕੀ ਹੈ, ਇਹ ਕਿਸ ਲਈ ਬਣਾਈ ਗਈ ਹੈ। ਤਾਂ ਈਡੀ ਦਾ ਮੇਨ ਕੰਮ ਹੈ ਮਨੀ ਲਾਂਡਰਿੰਗ ਨੂੰ ਰੋਕਣਾ, ਮਨੀ ਲਾਂਡਰਿੰਗ ਨੂੰ ਰੋਕਣਾ, ਇਹ ਜਿਸ ਨੂੰ ਅਸੀਂ ਹਵਾਲਾ ਵੀ ਕਹਿ ਦਿੰਦੇ ਹਾਂ। ਤਾਂ ਮਨੀ ਲਾਂਡਰਿੰਗ ਕੀ ਹੈ? ਮਨੀ ਲਾਂਡਰਿੰਗ ਹੈ ਜੀ ਬਲੈਕ ਮਨੀ ਨੂੰ ਵਾਈਟ ਮਨੀ ਦੇ ਵਿੱਚ ਕਨਵਰਟ ਕਰਨਾ। ਜੇ ਕਿਸੇ ਪਰਸਨ ਕੋਲ ਬਲੈਕ ਮਨੀ ਜਿਸ ਨੂੰ ਅਸੀਂ ਕਾਲਾ ਧਨ ਕਹਿ ਦਿੰਦੇ ਹਾਂ, ਜੇ ਉਹਨੇ ਵਾਈਟ ਮਨੀ ਦੇ ਵਿੱਚ ਕਨਵਰਟ ਕਰਨਾ ਤਾਂ ਉਸ ਪ੍ਰੋਸੈਸ ਨੂੰ ਅਸੀਂ ਮਨੀ ਲਾਂਡਰਿੰਗ ਕਹਿ ਸਕਦੇ ਹਾਂ। ਹੁਣ ਬਲੈਕ ਮਨੀ ਨੂੰ ਅਸੀਂ ਮੇਨ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਬਲੈਕ ਮਨੀ ਇੱਕ ਤਾਂ ਇਸ ਤਰ੍ਹਾਂ ਦੀ ਹੋਗੀ ਜੋ ਕਿਸੇ ਪਰਸਨ ਨੂੰ ਕ੍ਰਾਈਮ ਤੋਂ ਇਨਕਮ ਹੈ। ਕੋਈ ਪਰਸਨ ਕ੍ਰਾਈਮ ਕਰ ਰਿਹਾ, ਜਿਸ ਤਰ੍ਹਾਂ ਸਮਗਲਿੰਗ ਕਰ ਰਿਹਾ, ਹਥਿਆਰ ਵੇਚ ਰਿਹਾ, ਡਰੱਗਸ ਵੇਚ ਰਿਹਾ, ਹੋਰ ਕਈ ਤਰ੍ਹਾਂ ਦੇ ਫਾਈਨੈਂਸ਼ੀਅਲ ਫਰੋਡਸ ਕਰ ਰਿਹਾ ਲੋਕਾਂ ਦੇ ਨਾਲ। ਤਾਂ ਉਸ ਪੈਸੇ ਨੂੰ ਉਹ ਕਦੇ ਵੀ ਬੈਂਕ ਵਿੱਚ ਜਮ੍ਹਾਂ ਨਹੀਂ ਕਰਾ ਸਕਦਾ, ਕਿਉਂਕਿ ਜੇ ਉਹ ਬੈਂਕ ਵਿੱਚ ਜਮ੍ਹਾਂ ਕਰਾਊਗਾ ਤਾਂ ਇਹ ਪੈਨ ਕਾਰਡ ਲੱਗੇਗਾ, ਆਈਡੀ ਪ੍ਰੂਫ ਲੱਗਣਗੇ, ਤਾਂ ਉਹ ਸਾਰਾ ਗੌਰਮੈਂਟ ਦੀ ਨਿਗਾਹ ਦੇ ਵਿੱਚ ਆ ਜਾਏਗਾ। ਤਾਂ ਇਸ ਕਰਕੇ ਉਹ ਬੈਂਕ ਵਿੱਚ ਨਹੀਂ ਕਰ ਸਕਦਾ। ਤਾਂ ਫਿਰ ਜ਼ਰੂਰਤ ਹੁੰਦੀ ਹੈ ਉਸ ਪੈਸੇ ਨੂੰ ਵਾਈਟ ਮਨੀ ਵਿੱਚ ਕਨਵਰਟ ਕਰਨ ਦੀ, ਤਾਂ ਜਿਸ ਨੂੰ ਅਸੀਂ ਮਨੀ ਲਾਂਡਰਿੰਗ ਕਹਿ ਦਿੰਦੇ ਹਾਂ। ਸੈਕਿੰਡ ਪੈਸਾ, ਕੁਛ ਲੋਕਾਂ ਕੋਲ ਇਹੋ ਜਿਹਾ ਪੈਸਾ ਜੋ ਉਹਨਾਂ ਨੇ ਕੋਈ ਜੁਰਮ ਕਰਕੇ ਨਹੀਂ ਕਮਾਇਆ, ਜਾਂ ਉਹਨਾਂ ਦੇ ਕੋਈ ਛੋਟੇ ਬਿਜ਼ਨਸ ਨੇ, ਜਾਂ ਕੋਈ ਛੋਟੇ ਛੋਟੇ ਕਈ ਤਰ੍ਹਾਂ ਦੇ ਬਿਜ਼ਨਸ ਨੇ, ਤਾਂ ਉਹਨਾਂ ਦੀ ਇਨਕਮ ਬਹੁਤ ਬਣ ਜਾਂਦੀ ਹੈ, ਪਰ ਉਹ ਸਿਰਫ ਟੈਕਸ ਬਚਾਉਣਾ ਚਾਹੁੰਦੇ ਆ ਆਪਣਾ। ਤਾਂ ਜਦੋਂ ਆਪਦਾ ਟੈਕਸ ਬਚਾਉਣਾ ਚਾਹੁੰਦੇ ਆ ਤਾਂ ਉਹਦੇ ਕਰਕੇ ਉਹ ਕੀ ਕਰਦੇ ਆ, ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਕਿ ਜੇ ਤੁਹਾਡੀ 1 ਕਰੋੜ ਤੋਂ ਇਨਕਮ ਕ੍ਰੋਸ ਕਰ ਜਾਂਦੀ ਹੈ ਤਾਂ ਸਭ ਕੁਝ ਲਗਾ ਕੇ ਲਗਭਗ ਤੁਹਾਨੂੰ 40% ਦਾ ਗੌਰਮੈਂਟ ਨੂੰ ਟੈਕਸ ਹੀ ਦੇਣਾ ਪੈਂਦਾ। ਯਾਨੀ ਕਿ 1 ਕਰੋੜ ਦੇ ਵਿੱਚੋਂ 40 ਲੱਖ ਤਾਂ ਤੁਸੀਂ ਡਾਇਰੈਕਟ ਗੌਰਮੈਂਟ ਨੂੰ ਹੀ ਦੇ ਦੇਣਾ, ਜੋ ਹਰ ਬੰਦੇ ਨੂੰ ਦੁਖਦਾ ਕਿ ਸਾਨੂੰ ਇਹ ਟੈਕਸ ਨਾ ਹੀ ਦੇਣਾ ਪਵੇ। ਕੋਈ ਦੂਜਾ ਰਸਤਾ ਲੱਭਿਆ ਜਾਵੇ ਤਾਂ ਫਿਰ ਦੂਜਾ ਰਸਤਾ ਕਿਸ ਪਾਸੇ ਨੂੰ ਜਾਂਦਾ? ਦੂਜਾ ਰਸਤਾ ਜਾਂਦਾ ਮਨੀ ਲਾਂਡਰਿੰਗ ਵੱਲ, ਯਾਨੀ ਕਿ ਕਿਸੇ ਤਰੀਕੇ ਨਾਲ ਇਸ ਪੈਸੇ ਨੂੰ ਬਲੈਕ ਮਨੀ ਤੋਂ ਵਾਈਟ ਮਨੀ ਦੇ ਵਿੱਚ ਕਨਵਰਟ ਕਰ ਦਿੱਤਾ ਜਾਵੇ ਅਤੇ ਗੌਰਮੈਂਟ ਨੂੰ ਟੈਕਸ ਵੀ ਨਾ ਦੇਣਾ ਪਵੇ। ਇਹ ਸਿਰਫ ਇੰਡੀਆ ਲੈਵਲ 'ਤੇ ਨਹੀਂ, ਇਹ ਜੋ ਗੇਮ ਹੈ ਸਾਰੀ ਇਹ ਵਰਲਡ ਲੈਵਲ 'ਤੇ ਘੁੰਮਦੀ ਹੈ। ਤਾਂ ਬਲੈਕ ਮਨੀ ਨੂੰ ਵਾਈਟ ਮਨੀ ਦੇ ਵਿੱਚ ਕਰਨ ਲਈ ਇਹ ਪੂਰੇ ਵਰਲਡ ਦੇ ਵਿੱਚ ਉਸ ਪੈਸੇ ਨੂੰ ਘੁਮਾਉਂਦੇ ਆ, ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਘੁਮਾਉਂਦੇ ਆ ਅਤੇ ਵਾਪਸ ਇੰਡੀਆ ਦੇ ਵਿੱਚ ਹੀ ਲੈ ਆਉਂਦੇ ਆ, ਜਿੱਥੋਂ ਉਹ ਬਲੈਕ ਮਨੀ ਸਾਰੀ ਵਾਈਟ ਮਨੀ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਅਸੀਂ ਇਸ ਨੂੰ ਸਮਝਦੇ ਹਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਨਾਲ। ਮੰਨ ਲਓ ਕੋਈ ਪਰਸਨ ਬ੍ਰਾਜ਼ੀਲ ਦੇ ਵਿੱਚ ਬਿਜ਼ਨਸ ਕਰ ਰਿਹਾ, ਬ੍ਰਾਜ਼ੀਲ ਦੇ ਵਿੱਚ ਬਿਜ਼ਨਸ ਕਰ ਰਿਹਾ।
ਇੱਕ ਮਨੀ ਲਾਂਡਰਿੰਗ ਦਾ ਇੱਕ ਇਹ ਵੀ ਪਾਰਟ ਹੈ ਕਿ ਜਦੋਂ ਬਾਹਰਲੇ ਦੇਸ਼ਾਂ ਵਿੱਚੋਂ ਟੈਰਰਿਸਟ ਨੂੰ ਫੰਡਿੰਗ ਹੁੰਦੀ ਹੈ, ਜੇ ਬਾਹਰਲੇ ਦੇਸ਼ਾਂ ਵਿੱਚ ਕੋਈ ਟੈਰਰਿਸਟ ਨੇ, ਮੰਨ ਲਓ ਬ੍ਰਾਜ਼ੀਲ ਦੇ ਵਿੱਚ ਕੋਈ ਟੈਰਰਿਸਟ ਦਾ ਆਕਾ ਬੈਠਾ, ਇਹਨਾਂ ਦਾ ਹੈੱਡ ਬੈਠਾ, ਉਹਨੇ ਇੰਡੀਆ ਦੇ ਵਿੱਚ ਕੋਈ ਟੈਰਰਿਸਟ ਅਟੈਕ ਜਾਂ ਕੁਛ ਕਰਵਾਉਣੇ ਨੇ, ਬੀ ਨੂੰ ਪੈਸੇ ਭੇਜਣੇ ਆ, ਤਾਂ ਉਹ ਪੈਸੇ ਕਿਸ ਤਰ੍ਹਾਂ ਭੇਜੇ ਜਾਣਗੇ, ਕਿਸ ਤਰ੍ਹਾਂ ਹਵਾਲਾ ਕੀਤਾ ਜਾਵੇਗਾ, ਕਿਸ ਤਰ੍ਹਾਂ ਮਨੀ ਲਾਂਡਰਿੰਗ ਕੀਤੀ ਜਾਵੇਗੀ, ਉਸ ਪ੍ਰੋਸੈਸ ਨੂੰ ਸਮਝਦੇ ਆ। ਤਾਂ ਏ ਨੇ ਜੇ ਡਾਇਰੈਕਟ ਬੀ ਨੂੰ ਪੈਸੇ ਭੇਜਣੇ ਆ, ਏ ਨੇ ਡਾਇਰੈਕਟ ਜੇ ਬੀ ਨੂੰ ਪੈਸੇ ਭੇਜਣੇ ਆ, ਤਾਂ ਉਹ ਤਾਂ ਇਹਦੇ ਬੈਂਕ ਅਕਾਊਂਟ ਦੇ ਵਿੱਚ ਸੈਂਡ ਕਰਦਾ, ਤਾਂ ਉਹ ਗੌਰਮੈਂਟ ਦੀ ਨਿਗਾਹ ਦੇ ਵਿੱਚ ਆਟੋਮੈਟਿਕਲੀ ਆ ਜਾਊਗਾ। ਤੁਸੀਂ ਮੰਨ ਕੇ ਚੱਲੋ ਕਿ 100 ਕਰੋੜ ਰੁਪਈਆ 100 ਕਰੋੜ ਰੁਪਈਆ ਏ ਨੇ ਬੀ ਨੂੰ ਭੇਜਣਾ, ਤਾਂ ਉਹ ਜੋ ਐਡੀ ਵੱਡੀ ਰਕਮ ਭੇਜੇਗਾ ਤਾਂ ਉਹ ਇੰਡੀਅਨ ਗੌਰਮੈਂਟ ਦੀ ਨਜ਼ਰ ਦੇ ਵਿੱਚ ਆਸਾਨੀ ਨਾਲ ਹੀ ਆ ਜਾਏਗਾ। ਤਾਂ ਦੂਸਰੀ ਗੱਲ, ਜੇਕਰ ਇਹ ਕ੍ਰਾਈਮ ਦਾ ਪੈਸਾ ਨਹੀਂ, ਮੰਨ ਲਓ 1 ਨੰਬਰ ਦਾ ਵੀ ਪੈਸਾ, ਤਾਂ ਫਿਰ ਵੀ ਜੇਕਰ ਇੰਡੀਅਨ ਗੌਰਮੈਂਟ ਦੀ ਨਿਗਾਹ ਦੇ ਵਿੱਚ ਆ ਗਿਆ ਤਾਂ ਇਹਦੇ ਉੱਪਰ ਟੈਕਸ ਲੱਗੇਗਾ। ਤਾਂ ਉਸ ਟੈਕਸ ਨੂੰ ਬਚਾਉਣ ਵਾਸਤੇ ਜਾਂ ਕ੍ਰਾਈਮ ਦੇ ਪੈਸੇ ਨੂੰ ਛੁਪਾਉਣ ਵਾਸਤੇ ਕੀ ਕੀਤਾ ਜਾਂਦਾ ਹੈ, ਇਹ ਡਾਇਰੈਕਟ ਬੀ ਨੂੰ ਪੈਸਾ ਨਹੀਂ ਭੇਜਦਾ, ਇਹ ਪੈਸਾ ਭੇਜੇਗਾ ਇੱਥੇ ਸੀ ਨੂੰ ਪੈਸਾ ਦੇਗਾ, ਜੋ ਕਿ ਹਵਾਲੇ ਦਾ ਕੰਮ ਕਰਦਾ, ਜੋ ਕਿ ਹਵਾਲੇ ਦਾ ਇੱਕ ਗਰੋਹ ਹੋਵੇਗਾ। ਤਾਂ ਇਹ ਆਪਣੇ ਪੈਸੇ ਦਊਗਾ ਸੀ ਨੂੰ, ਜੋ ਕਿ ਹਵਾਲਾ ਦਾ ਇੱਕ ਗਰੋਹ ਹੋਵੇਗਾ। ਉਸ ਤੋਂ ਬਾਅਦ ਜੋ ਸੀ ਹੈ ਉਹ ਇਸ ਪੈਸੇ ਨੂੰ ਕੀ ਕਰੇਗਾ, ਸੀ ਇਸ ਪੈਸੇ ਨੂੰ ਭੇਜੇਗਾ ਡੀ ਕੋਲ, ਜੋ ਕਿ ਇਹਦੇ ਹੀ ਗਰੁੱਪ ਦਾ ਮੈਂਬਰ ਹੋਵੇਗਾ। ਤਾਂ ਸੀ ਜਿਹੜਾ ਪੈਸਾ ਉਹ ਡੀ ਨੂੰ ਭੇਜੇਗਾ, ਜੋ ਇਹਦੀ ਗਰੁੱਪ ਦਾ ਮੈਂਬਰ ਹੋਊਗਾ। ਉਸ ਦੇ ਬਾਅਦ ਇਹ ਡੀ ਦੁਆਰਾ ਪੈਸਾ ਇਹ ਫਿਰ ਬੀ ਨੂੰ ਦੇ ਦਿੱਤਾ ਜਾਊਗਾ। ਤਾਂ ਇਸ ਤਰ੍ਹਾਂ ਜੋ ਏ ਦਾ ਪੈਸਾ ਉਹ ਬੀ ਨੂੰ ਭੇਜ ਦਿੱਤਾ ਜਾਊਗਾ। ਤਾਂ ਉਹਦੇ ਨਾਲ ਕੀ ਹੈ, ਜੋ ਸਰਕਾਰ ਦੀ ਨਿਗਾਹ ਤੋਂ ਇਸ ਨੂੰ ਕਿਸ ਤਰ੍ਹਾਂ ਬਚਾਇਆ ਜਾਊਗਾ, ਤਾਂ ਜੋ ਸੀ ਹੈ ਇਹ ਕਦੇ ਵੀ ਡਾਇਰੈਕਟ ਪੈਸਾ ਡੀ ਨੂੰ ਨਹੀਂ ਭੇਜੇਗਾ, ਜਿਸ ਤਰ੍ਹਾਂ ਆਪਾਂ ਏ ਅਤੇ ਬੀ ਵਾਲੇ ਕੇਸ ਵਿੱਚ ਭੇਜਿਆ। ਤਾਂ ਜੋ ਸੀ ਹੈ ਉਹ ਡਾਇਰੈਕਟ ਪੈਸਾ ਨਹੀਂ ਭੇਜੇਗਾ। ਤਾਂ ਐਵੇਂ ਵੀ ਨਹੀਂ ਕਿ ਇਹਦੇ ਕੋਲ 100 ਕਰੋੜ ਆ ਗਿਆ ਨਾਲ ਦੀ ਨਾਲ 100 ਕਰੋੜ ਦੇ ਦੇਗਾ। ਤਾਂ ਇਹਨਾਂ ਦਾ ਜੋ ਬਿਜ਼ਨਸ ਹੈ ਉਹ ਅਰਬਾਂ ਦੀ, ਤੁਸੀਂ ਕਹਿ ਸਕਦੇ ਹੋ ਅਰਬਾਂ ਦੀ ਅਮਾਊਂਟ ਵਿੱਚ ਹੁੰਦਾ। ਤਾਂ ਸੀ ਨੇ 100 ਕਰੋੜ ਆਪਣੇ ਕੋਲ ਰੱਖ ਲੈਣਾ ਅਤੇ ਡੀ ਨੇ 100 ਕਰੋੜ ਆਪਣੇ ਕੋਲ ਦੇ ਦੇਣਾ, ਕਿਉਂਕਿ ਇਹ ਇੱਕ ਹੀ ਗੈਂਗ ਲਈ ਕੰਮ ਕਰਦੇ ਨੇ। ਤਾਂ ਸੀ ਨੇ 100 ਕਰੋੜ ਆਪਦੇ ਕੋਲ ਰੱਖ ਲਿਆ, ਡੀ ਨੇ ਜਿਹੜਾ 100 ਕਰੋੜ ਆਪਦੇ ਕੋਲੋਂ ਇੱਕ ਵਾਰੀ ਬੀ ਨੂੰ ਦੇਤਾ। ਤਾਂ ਇਹਨਾਂ ਦੀ ਤਾਂ ਟ੍ਰਾਂਜੈਕਸ਼ਨ ਪੂਰੀ ਹੋ ਗਈ, ਏ ਦਾ ਪੈਸਾ ਬੀ ਤੱਕ ਪਹੁੰਚ ਗਿਆ। ਉਹਦੇ ਲਈ ਕੁਛ ਕਮਿਸ਼ਨ ਲੈਂਦੇ ਨੇ ਜੋ ਸੀ ਅਤੇ ਡੀ ਹੈ, ਇਹ ਜੋ ਹਵਾਲਾ ਗੈਂਗਸ ਨੇ ਕੁਛ ਕਮਿਸ਼ਨ ਉਹਨਾਂ ਨੂੰ ਚਾਰਜ ਕਰਦੇ ਨੇ, ਜੋ ਕਿ ਟੈਕਸ ਤੋਂ ਬਹੁਤ ਹੀ ਜ਼ਿਆਦਾ ਘੱਟ ਹੁੰਦਾ, ਜੋ ਅਸਲੀ ਟੈਕਸ ਲੱਗਣਾ ਉਸ ਤੋਂ ਬਹੁਤ ਜ਼ਿਆਦਾ ਘੱਟ ਹੁੰਦਾ। ਹੁਣ ਸਿਰਫ ਚੈਲੰਜ ਇਹ ਰਹਿ ਗਿਆ, ਏ ਅਤੇ ਬੀ ਤਾਂ ਪਿਕਚਰ 'ਚੋਂ ਬਾਹਰ ਹੋ ਗਏ, ਹੁਣ ਸਿਰਫ ਚੈਲੰਜ ਇਹ ਰਹਿ ਗਿਆ ਕਿ ਜੋ ਸੀ ਹੈ ਇਹ ਡੀ ਨੂੰ ਪੈਸਾ ਕਿਵੇਂ ਭੇਜੇਗਾ। ਹੁਣ ਜੋ ਸੀ ਨੇ ਡੀ ਨੂੰ ਪੈਸਾ ਭੇਜਣਾ, ਸੀ ਦੁਆਰਾ ਪੈਸਾ ਡੀ ਨੂੰ ਭੇਜਿਆ ਜਾਣਾ, ਤਾਂ ਇਹਦੇ ਲਈ ਇਹ ਕੀ ਤਰੀਕੇ ਵਰਤਦੇ ਆ। ਇਹਦੇ ਲਈ ਇੱਕ ਤਰੀਕਾ ਤਾਂ ਵਰਤਦੇ ਆ ਕਿ ਪਾਣੀ ਦੇ ਜਹਾਜ਼ਾਂ ਦੇ ਥਰੂ ਇਲੀਗਲ ਰਸਤੇ ਰਾਹੀਂ ਪੈਸਾ ਭੇਜਤਾ। ਦੂਸਰਾ, ਉਸ ਚੀਜ਼ ਨੂੰ ਗੋਲਡ ਜਾਂ ਕੁਝ ਇਹੋ ਜਿਹੀ ਮੈਟਲ ਦੇ ਵਿੱਚ ਕਨਵਰਟ ਕਰਕੇ ਉਹ ਡੀ ਕੋਲ ਪੈਸਾ ਭੇਜਤਾ। ਤੀਸਰਾ ਇਹ ਮੈਥਡ ਕੀ ਯੂਜ਼ ਕਰਦੇ ਆ, ਤੀਸਰਾ ਮੈਥਡ ਕਰਦੇ ਕਿ ਇੱਥੇ ਫੇਕ ਕੰਪਨੀਆਂ ਬਣਾਈਆਂ ਜਾਂਦੀਆਂ। ਮੰਨ ਲਓ ਇੰਡੀਆ ਦੇ ਵਿੱਚ ਫੇਕ ਨਕਲੀ ਨਾਮ ਦੀਆਂ ਕੰਪਨੀਆਂ ਬਣਾਤੀਆਂ। ਮੰਨ ਲਓ ਡੀ ਨੇ ਇੱਥੇ ਕੰਪਨੀ ਖੋਲ੍ਹਤੀ ਹੈ ਡੀ ਪ੍ਰਾਈਵੇਟ ਲਿਮਟਿਡ ਕੰਪਨੀ ਖੋਲ੍ਹਤੀ। ਉੱਧਰੋਂ ਸੀ ਨੇ ਆਪਣੀ ਸੀ ਪ੍ਰਾਈਵੇਟ ਲਿਮਟਿਡ ਖੋਲ੍ਹਤੀ। ਹੁਣ ਸੀ ਨੇ ਡੀ ਨੂੰ ਪੈਸਾ ਭੇਜਤਾ ਅਤੇ ਸਰਕਾਰ ਨੂੰ ਇਹ ਕਹਿਤਾ ਕਿ ਮੈਂ ਤਾਂ ਡੀ ਦੀ ਕੰਪਨੀ ਵਿੱਚ ਪੈਸਾ ਲਗਾ ਰਿਹਾ, ਜਿਹਨੂੰ ਅਸੀਂ FDI ਵੀ ਕਹਿ ਦਿੰਦੇ ਹਾਂ। ਤਾਂ FDI ਵੀ ਕਹਿ ਦਿੰਦੇ ਹਾਂ, ਫੋਰਨ ਡਾਇਰੈਕਟ ਇਨਵੈਸਟਮੈਂਟ। ਤਾਂ ਸੀ ਨੇ ਕਹਿਤਾ ਬ੍ਰਾਜ਼ੀਲ ਦੀ ਸਰਕਾਰ ਨੂੰ ਵੀ ਅਤੇ ਇੰਡੀਆ ਦੀ ਸਰਕਾਰ ਨੂੰ ਵੀ ਕਿ ਮੈਂ ਤਾਂ ਜੀ ਉਹਦੀ ਕੰਪਨੀ ਦੇ ਵਿੱਚ ਇਨਵੈਸਟ ਕਰ ਰਿਹਾ, ਡੀ ਦੀ ਕੰਪਨੀ ਦੇ ਵਿੱਚ ਇਨਵੈਸਟ ਕਰ ਰਿਹਾ। ਤਾਂ ਡੀ ਕੋਲ ਪੈਸਾ ਪਹੁੰਚ ਗਿਆ। ਥੋੜ੍ਹੀ ਦੇਰ ਬਾਅਦ 2 ਸਾਲ 3 ਸਾਲ 4 ਸਾਲ ਬਾਅਦ ਇਹ ਕੀ ਕਰਦੇ ਆ ਕਿ ਕੰਪਨੀ ਨੂੰ ਘੋਸ਼ਿਤ ਕਰ ਦਿੰਦੇ ਕਿ ਕੰਪਨੀ ਨੂੰ ਬਹੁਤ ਜ਼ਿਆਦਾ ਘਾਟਾ ਪੈ ਗਿਆ, ਇਸ ਕਰਕੇ ਡੀ ਆਪਦੀ ਕੰਪਨੀ ਬੰਦ ਕਰ ਦਿੰਦਾ ਅਤੇ ਡੀ ਕੋਲ ਪੈਸਾ ਵੀ ਪਹੁੰਚ ਗਿਆ ਅਤੇ ਉਹਦੇ 'ਤੇ ਕੋਈ ਟੈਕਸ ਵੀ ਨਹੀਂ ਲੱਗਿਆ, ਕਿਉਂਕਿ ਕਾਗਜ਼ਾਂ ਦੇ ਵਿੱਚ ਉਸ ਨੂੰ ਘਾਟਾ ਦਿਖਾ ਦਿੱਤਾ ਜਾਂਦਾ। ਤਾਂ ਇਹ ਜੋ ਕੰਪਨੀਆਂ ਖੁੱਲ੍ਹਦੀਆਂ ਨੇ ਇਹਨਾਂ ਨੂੰ ਕਹਿੰਦੇ ਸ਼ੈੱਲ ਕੰਪਨੀਜ਼। ਤਾਂ ਸ਼ੈੱਲ ਕੰਪਨੀਜ਼ ਦੇ ਥਰੂ ਇਹ ਪੈਸੇ ਟਰਾਂਸਫਰ ਕਰਦੇ ਨੇ। ਇਹ ਮੇਨ 2-3 ਤਰੀਕੇ ਨੇ ਜਿਹਦੇ ਥਰੂ ਜੋ ਹਵਾਲਾ ਸਿਸਟਮ ਆਲ ਓਵਰ ਦਾ ਵਰਲਡ ਚੱਲ ਰਿਹਾ। ਤਾਂ ਇਹਨਾਂ ਚੀਜ਼ਾਂ ਨੂੰ ਫੜਨ ਵਾਸਤੇ ਇੰਡੀਆ ਦੇ ਵਿੱਚ ਫਿਰ ਕੀ ਬਣਾਈ ਗਈ, ਐਨਫੋਰਸਮੈਂਟ ਡਾਇਰੈਕਟੋਰੇਟ। ਤਾਂ ਐਨਫੋਰਸਮੈਂਟ ਡਾਇਰੈਕਟੋਰੇਟ ਬਣਾਈ ਗਈ ਇੰਡੀਆ ਦੇ ਵਿੱਚ। ਇਹ ਬਣਾਈ ਗਈ ਤਾਂ ਜੋ ਇਹਦੇ ਵਿੱਚ ਆਫਿਸਰ ਰੈਂਕ ਦੇ ਨੇ, ਜੋ ਆਫਿਸਰ ਨੇ ਜਾਣੀ ਕਿ ਜੋ ਮੇਨ ਆਫਿਸਰ ਟੋਪ ਪੋਜੀਸ਼ਨ 'ਤੇ ਬੈਠੇ ਨੇ, ਉਹ ਜ਼ਿਆਦਾਤਰ IRS ਐਂਡ IPS ਹੈ, IRS ਐਂਡ IPS ਨੇ। ਤਾਂ IR ਐਂਡ IPS ਤੁਹਾਨੂੰ ਪਤਾ ਹੀ ਹੋਣਾ ਕਿ UPSC ਦੇ ਥਰੂ ਚੁਣੇ ਜਾਂਦੇ ਨੇ। ਇਹਦਾ ਰੀਜ਼ਨ ਇਹ ਹੈ ਕਿਉਂਕਿ ਜੋ ਇੰਨੇ ਸਮਾਰਟ ਕ੍ਰਿਮੀਨਲ ਹੈ ਤਾਂ ਉਹਨਾਂ ਨੂੰ ਪਕੜਨ ਵਾਸਤੇ ਓਨੇ ਹੀ ਸਮਾਰਟ ਆਫਿਸਰਸ ਦੀ ਲੋੜ ਹੈ। ਤਾਂ IRS ਐਂਡ IPS ਲੈਵਲ ਦੇ ਆਫਿਸਰ ਨੂੰ ਇਹਨਾਂ ਵਿੱਚ ਡਾਇਰੈਕਟ IPS ਤੋਂ IRS ਤੋਂ ਲਿਆ ਜਾਂਦਾ ਹੈ, ਤੁਸੀਂ ਡੈਪੂਟੇਸ਼ਨ 'ਤੇ ਕਹਿ ਸਕਦੇ ਹੋ, ਲਿਆ ਜਾਂਦਾ। ਜੋ ਐਨਫੋਰਸਮੈਂਟ ਡਾਇਰੈਕਟੋਰੇਟ ਹੈ ਇਹ ਕਿਹਦੇ ਅੰਡਰ ਕੰਮ ਕਰਦੀ ਹੈ, ਇਹ ਕੰਮ ਕਰਦੀ ਹੈ ਡਿਪਾਰਟਮੈਂਟ ਆਫ ਰੈਵਨਿਊ, ਮਿਨਿਸਟਰੀ ਆਫ ਫਾਈਨੈਂਸ, ਜਿਨ੍ਹਾਂ ਦੀ ਆਪਣੀ ਜੋ ਫਾਈਨੈਂਸ ਮਿਨਿਸਟਰ ਨੇ ਨਿਰਮਲਾ ਸੀਤਾਰਮਨ। ਤਾਂ ਨਿਰਮਲਾ ਸੀਤਾਰਮਨ ਜੀ ਦੇ ਅੰਡਰ ਇਹ ਕੰਮ ਕਰ ਰਹੇ ਨੇ, ਜਾਂ ਅੱਗੇ ਜੋ ਵੀ ਫਾਈਨੈਂਸ ਮਿਨਿਸਟਰ ਆਉਣਗੇ ਤਾਂ ਉਹਨਾਂ ਨੂੰ ਇਹਨਾਂ ਦੀ ਰਿਪੋਰਟਿੰਗ ਹੈ।
ਇਹਨਾਂ ਦੇ ਐਗਜ਼ੀਕਿਊਟਿਵ ਹੈੱਡ ਦਾ ਤੁਸੀਂ ਨਾਮ ਯਾਦ ਕਰ ਸਕਦੇ ਹੋ, ਸੰਜੇ ਕੁਮਾਰ ਮਿਸ਼ਰਾ। ਐਗਜ਼ਾਮਸ ਦੇ ਪੁਆਇੰਟ ਆਫ ਵਿਊ ਤੋਂ ਇਹ ਇੰਪੋਰਟੈਂਟ ਹੈ। ਤਾਂ ਸੰਜੇ ਕੁਮਾਰ ਮਿਸ਼ਰਾ ਇਹਨਾਂ ਦੇ ਹੈੱਡ ਨੇ। ਐਂਡ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇਹ ਵੀ ਇੰਪੋਰਟੈਂਟ ਹੈ ਕਿ ਡਿਪਾਰਟਮੈਂਟ ਆਫ ਰੈਵਨਿਊ ਐਂਡ ਮਿਨਿਸਟਰੀ ਆਫ ਫਾਈਨੈਂਸ ਦੇ ਅੰਡਰ ਇਹ ਕੰਮ ਕਰਦੀ ਹੈ, ਐਨਫੋਰਸਮੈਂਟ ਡਾਇਰੈਕਟੋਰੇਟ। ਨੈਕਸਟ ਅਸੀਂ ਕਰਨਾ ਹੈ ਕਿ ਜੇ ਈਡੀ ਕੋਲ ਇੰਨੀ ਪਾਵਰ ਕਿੱਥੋਂ ਆਉਂਦੀ ਹੈ ਕਿ ਉਹ ਇੰਨੇ ਵੱਡੇ ਲੈਵਲ ਦੇ ਮਨਿਸਟਰਸ ਐਂਡ ਜਿਹੜੇ ਨੇਤਾ ਜਾਂ ਟੋਪ ਲੈਵਲ ਦੇ ਆਫਿਸਰ ਨੂੰ ਅਰੈਸਟ ਕਰ ਲੈਂਦੀ ਆ। ਤਾਂ ਜੋ ਇਹ ਪਾਵਰਸ ਇਹਨਾਂ ਨੂੰ 2 ਐਕਟ ਦਿੰਦੇ ਨੇ। ਤਾਂ ਇੰਡੀਅਨ ਗੌਰਮੈਂਟ ਦੇ ਇਹ 2 ਮੇਨ ਐਕਟ ਨੇ ਜਿਨ੍ਹਾਂ ਦਾ ਈਡੀ ਯੂਜ਼ ਕਰਦੀ ਹੈ, ਜਿਨ੍ਹਾਂ ਦਾ ਵਰਤੋਂ ਕਰਦੇ ਹੋਏ ਈਡੀ ਕਿਸੇ ਬੰਦੇ ਨੂੰ ਅਰੈਸਟ ਕਰਦੀ ਹੈ। ਤਾਂ ਇਹ ਕਿਹੜੇ ਐਕਟ ਨੇ? ਸਭ ਤੋਂ ਪਹਿਲਾ ਐਕਟ ਹੈ ਜੀ ਪ੍ਰੀਵੈਂਸ਼ਨ ਆਫ ਮਨੀ ਲਾਉਂਡਰਿੰਗ ਐਕਟ। ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਮਨੀ ਲਾਉਂਡਰਿੰਗ ਕੀ ਹੈ। ਤਾਂ ਇਸ ਨੂੰ ਰੋਕਣ ਵਾਸਤੇ 2002 ਦੇ ਵਿੱਚ ਇੱਕ ਐਕਟ ਬਣਾਇਆ ਗਿਆ ਕਿ ਜਿਹੜਾ ਵੀ ਪਰਸਨ ਇਹਦੇ ਨਾਲ ਮਨੀ ਲਾਉਂਡਰਿੰਗ ਨਾਲ ਸੰਬੰਧਿਤ ਪਾਇਆ ਗਿਆ ਉਸ ਨੂੰ ਇਸ ਐਕਟ ਦੇ ਥਰੂ ਸਜ਼ਾ ਦਿੱਤੀ ਜਾਵੇਗੀ। ਤਾਂ ਈਡੀ ਇਸ ਐਕਟ ਦਾ ਯੂਜ਼ ਕਰਦੀ ਹੈ। ਦੋਨੋਂ ਐਕਟ ਇੰਪੋਰਟੈਂਟ ਨੇ। ਐਂਡ ਸੈਕਿੰਡ ਐਕਟ 1999 ਦੇ ਵਿੱਚ ਬਣਿਆ ਸੀਗਾ। ਤਾਂ ਇਸ ਐਕਟ ਦਾ ਨਾਮ ਹੈ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਐਂਡ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ, ਫੀਮਾ ਐਂਡ ਫੀਰਾ। ਜੇ ਤੁਸੀਂ ਨਿਊਜ਼ਪੇਪਰ ਵੀ ਪੜ੍ਹੋਗੇ, ਕਦੇ ਵੀ ਈਡੀ ਕਿਸੇ ਬੰਦੇ 'ਤੇ ਚਾਰਜ ਲਗਾਉਂਦੀ, ਉਹਨੂੰ ਅਰੈਸਟ ਕਰਕੇ ਕੋਰਟ ਦੇ ਪੇਸ਼ ਕਰਦੀ ਹੈ, ਤਾਂ ਤੁਹਾਨੂੰ ਫੀਮਾ ਐਂਡ ਫੀਰਾ ਐਂਡ ਇਸ ਐਕਟ ਦਾ ਨਾਮ ਆਮ ਹੀ ਪੜ੍ਹਨ ਨੂੰ ਮਿਲ ਜੂਗਾ। ਤਾਂ ਹੁਣ ਤੁਹਾਨੂੰ ਉਹ ਕਲੀਅਰ ਹੋ ਜਾਏਗਾ ਕਿ ਇਹ 2 ਐਕਟ ਨੇ ਜਿਨ੍ਹਾਂ ਦਾ ਯੂਜ਼ ਕਰਕੇ ਈਡੀ ਕਿਸੇ ਵੀ ਨੇਤਾ ਜਾਂ ਫਿਰ ਕੋਈ ਵੀ ਇਹੋ ਜਿਹਾ ਪਰਸਨ ਹੈ ਜੋ ਇਹਦੇ ਨਾਲ ਸੰਬੰਧਿਤ ਹੈ ਉਹਦੇ 'ਤੇ ਕਾਰਵਾਈ ਕਰਦੀ ਹੈ, ਮਨੀ ਲਾਉਂਡਰਿੰਗ ਦੇ ਨਾਲ ਸੰਬੰਧਿਤ ਹੈ। ਨੈਕਸਟ ਕੁਐਸਚਨ ਹੈ ਜੀ FATF। ਹੁਣ ਜੋ ਈਡੀ ਕੰਮ ਕਰ ਰਹੀ ਹੈ ਮਨੀ ਲਾਉਂਡਰਿੰਗ ਨੂੰ ਰੋਕਣ ਵਾਸਤੇ, ਇਹ ਸਿਰਫ ਇੰਡੀਆ ਲੈਵਲ ਦਾ। ਤਾਂ ਈਡੀ ਇੰਡੀਆ ਲੈਵਲ 'ਤੇ ਕੋਈ ਕ੍ਰਾਈਮ ਹੁੰਦਾ ਤਾਂ ਉਸ ਨੂੰ ਰੋਕਣ ਵਾਸਤੇ ਈਡੀ ਹੈ ਆਪਣੇ ਕੋਲ। ਤਾਂ ਈਡੀ ਇਸ ਦੇ ਅਗੇਂਸਟ ਕੰਮ ਕਰਦੀ ਹੈ। ਮੰਨ ਲਓ ਕੋਈ, ਪਰ ਅਸੀਂ ਦੇਖਿਆ ਕਿ ਜੋ ਮਨੀ ਲਾਉਂਡਰਿੰਗ ਹੈ ਸਿਰਫ ਇੰਡੀਆ ਲੈਵਲ ਦੀ ਗੇਮ ਤਾਂ ਹੈ ਨਹੀਂ, ਇਹ ਹੈਗੀ ਹੈ ਵਰਲਡ ਲੈਵਲ ਦੀ ਗੇਮ। ਤਾਂ ਵਰਲਡ ਲੈਵਲ 'ਤੇ ਵੀ ਕੋਈ ਆਰਗੇਨਾਈਜੇਸ਼ਨ ਤਾਂ ਚਾਹੀਦੀ ਸੀ ਨਾ ਜਿਹੜੀ ਸਾਰੇ ਦੇਸ਼ਾਂ ਦੇ ਨਜ਼ਰ ਰੱਖੇ। ਤਾਂ ਉਸ ਆਰਗੇਨਾਈਜੇਸ਼ਨ ਦਾ ਨਾਮ ਹੈ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ। ਤਾਂ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਕੀ ਹੈ? ਇਹ ਸਾਰੇ ਦੇਸ਼ਾਂ 'ਤੇ ਨਿਗਾਹ ਰੱਖਦੀ ਹੈ ਕਿ ਕਿਹੜੇ ਦੇਸ਼ ਇਸ ਦੇ ਵਿੱਚ ਇਨਵੋਲਵ ਨੇ ਜੋ ਜਾਣ ਬੁੱਝ ਕੇ ਮਨੀ ਲਾਉਂਡਰਿੰਗ ਕਰਵਾ ਰਹੇ ਨੇ। ਫਾਰ ਐਗਜ਼ਾਮਪਲ ਪਾਕਿਸਤਾਨ ਜੋ ਜਾਣ ਬੁੱਝ ਕੇ ਮਨੀ ਲਾਉਂਡਰਿੰਗ ਕਰਵਾ ਰਿਹਾ ਤਾਂ ਕਿ ਇੰਡੀਆ ਦੇ ਵਿੱਚ ਕੋਈ ਟੈਰਰਿਸਟ ਅਟੈਕ ਹੋ ਸਕਣ ਜਾਂ ਕਸ਼ਮੀਰ ਦੇ ਵਿੱਚ ਪ੍ਰੋਬਲਮ ਕ੍ਰੀਏਟ ਕੀਤੀ ਜਾ ਸਕੇ। ਤਾਂ ਇਹ ਸਭ ਨਿਗਾਹ ਰੱਖਦੀ ਹੈ FATF। ਤਾਂ FATF ਬਾਰੇ ਥੋੜ੍ਹਾ ਜਿਹਾ ਬਰੀਫ ਵਿੱਚ ਜਾਣ ਲੈਂਦੇ ਹਾਂ। ਤਾਂ FATF ਦੇ ਲਗਭਗ 39 ਮੈਂਬਰਸ ਨੇ। FATF ਦੇ 39 ਮੈਂਬਰਸ ਨੇ। ਇੱਕ ਇਹਦਾ ਹੈੱਡਕੁਆਟਰ ਪੈਰਿਸ ਫਰਾਂਸ ਦੇ ਵਿੱਚ ਹੈ। ਐਂਡ ਇੰਡੀਆ ਇਸ ਦਾ ਜੋ ਮੈਂਬਰ ਬਣਿਆ ਸੀ ਉਹ ਬਣਿਆ ਸੀ 2010 ਦੇ ਵਿੱਚ। ਤਾਂ ਇੰਡੀਆ ਇਸ ਦਾ 2010 ਦੇ ਵਿੱਚ ਮੈਂਬਰ ਬਣਿਆ ਸੀ। ਉਸ ਤੋਂ ਪਹਿਲਾਂ ਇੰਡੀਆ ਓਬਜ਼ਰਵਰ ਸੀਗਾ। ਤਾਂ ਹੁਣ ਇਹਦਾ ਓਬਜ਼ਰਵਰ ਕੀ ਹੈ? ਹੁਣ ਓਬਜ਼ਰਵਰ ਇੰਡੋਨੇਸ਼ੀਆ। ਓਬਜ਼ਰਵਰ ਨੂੰ ਬਾਅਦ 'ਚੋਂ ਮੈਂਬਰ ਬਣਨ ਦਾ ਮੌਕਾ ਦਿੱਤਾ ਜਾਂਦਾ। ਤਾਂ ਪਹਿਲਾਂ ਉਹ ਪਰਸਨ ਕੋਈ ਵੀ ਦੇਸ਼ ਓਬਜ਼ਰਵਰ ਹੁੰਦਾ, ਬਾਅਦ ਵਿੱਚ ਉਹ ਮੈਂਬਰ ਬਣ ਸਕਦਾ। ਤਾਂ ਇਸ ਦਾ ਟ੍ਰੇਨਿੰਗ ਇੰਸਟੀਟਿਊਟ ਕਿੱਥੇ ਆ? ਬੁਸਾਨ, ਕੋਰੀਆ। ਹੁਣ ਜੇਕਰ FATF ਨੂੰ ਇਹ ਚੀਜ਼ ਪਤਾ ਲੱਗਦੀ ਹੈ ਕਿ ਕੋਈ ਕੰਟਰੀ ਇਸ ਚੀਜ਼ ਦੇ ਵਿੱਚ ਇਨਵੋਲਵ ਹੈ, ਮਿਲੀ ਹੋਈ ਹੈ ਇਹਨਾਂ ਗੈਂਗਸ ਦੇ ਨਾਲ, ਮਨੀ ਲਾਉਂਡਰਿੰਗ ਵਿੱਚ ਉਹਨਾਂ ਨੂੰ ਮਦਦ ਕਰ ਰਹੀ ਹੈ, ਤਾਂ ਉਸ ਕੰਟਰੀ ਨੂੰ ਗ੍ਰੇ ਲਿਸਟ ਦੇ ਵਿੱਚ ਰੱਖ ਦਿੱਤਾ ਜਾਂਦਾ। ਤਾਂ ਉਸ ਲਿਸਟ ਨੂੰ FATF ਦੀ ਇੱਕ ਗ੍ਰੇ ਲਿਸਟ ਜਾਰੀ ਹੁੰਦੀ ਹੈ। ਉਸ ਲਿਸਟ ਦੇ ਵਿੱਚ ਉਸ ਦੇਸ਼ ਦਾ ਨਾਂ ਪਾ ਦਿੰਦੇ ਆ। ਤਾਂ ਜਦੋਂ ਉਸ ਦਾ ਨਾਂ ਪਾ ਦਿੰਦੇ ਆ ਤਾਂ ਉਸ ਦੇਸ਼ ਨੂੰ ਨੁਕਸਾਨ ਕੀ ਹੁੰਦਾ? ਤਾਂ ਜੋ ਮੈਕਸੀਮਮ ਦੇਸ਼ ਆ ਦੁਨੀਆ ਦੇ ਹੋਰ ਦੇਸ਼, ਉਸ ਦੇਸ਼ ਨਾਲ ਵਪਾਰ ਨਹੀਂ ਕਰਦੇ, ਵਪਾਰ ਕਰਨ ਤੋਂ ਮਨਾਹੀ ਹੋ ਜਾਂਦੀ ਹੈ। ਜੇਕਰ ਉਹ ਦੇਸ਼ ਫਿਰ ਵੀ ਨਹੀਂ ਆਪਣੀ ਹਰਕਤਾਂ ਤੋਂ ਬਾਜ਼ ਆਉਂਦਾ, ਫਿਰ ਵੀ ਮਨੀ ਲਾਉਂਡਰਿੰਗ ਦੇ ਵਿੱਚ ਹੈਲਪ ਕਰਦਾ ਇਹਨਾਂ ਗੈਂਗਸ ਦੇ ਵਿੱਚ, ਤਾਂ ਉਸ ਤੋਂ ਬਾਅਦ ਗ੍ਰੇ ਲਿਸਟ ਤੋਂ ਅਗਲਾ ਜਿਹੜਾ ਪੁਆਇੰਟ ਹੈ ਉਹ ਹੈਗਾ ਬਲੈਕ ਲਿਸਟ। ਤਾਂ FATF ਦੀ ਇੱਕ ਬਲੈਕ ਲਿਸਟ ਵੀ ਹੁੰਦੀ ਹੈ ਜਿਹਦੇ ਵਿੱਚ ਬਾਅਦ ਦੇ ਵਿੱਚ ਉਸ ਨੂੰ ਬਲੈਕ ਲਿਸਟ ਦੇ ਵਿੱਚ, ਜੇਕਰ ਕਿਸੇ ਕੰਟਰੀ ਦਾ ਨਾਮ ਬਲੈਕ ਲਿਸਟ ਦੇ ਵਿੱਚ ਇੱਕ ਵਾਰੀ ਪੈ ਜਾਂਦਾ ਤਾਂ ਉਸ ਨੂੰ WHO ਜਾਂ ਹੋਰ ਜਿੰਨੀਆਂ ਵੀ ADB ਬੈਂਕ ਹੈ ਜੋ ਵਰਲਡ ਲੈਵਲ ਦੇ ਬੈਂਕ ਹੈ ਉਹਨਾਂ ਤੋਂ ਕੋਈ ਲੋਨ ਨਹੀਂ ਮਿਲਦਾ, ਕੋਈ ਗ੍ਰਾਂਟ ਨਹੀਂ ਮਿਲਦੀ ਅਤੇ ਕੋਈ ਵੀ ਦੇਸ਼ ਉਸ ਦੇ ਨਾਲ ਵਪਾਰ ਨਹੀਂ ਕਰਦਾ। ਤਾਂ ਆਪਣਾ ਜੋ ਗਵਾਂਢੀ ਦੇਸ਼ ਹੈ ਪਾਕਿਸਤਾਨ ਹੈ ਉਹ ਆਲਰੇਡੀ FATF ਦੀ ਗ੍ਰੇ ਲਿਸਟ ਦੇ ਵਿੱਚ ਆ ਚੁੱਕਿਆ। ਉਸ ਤੋਂ ਇਲਾਵਾ ਜੋ ਰੀਸੈਂਟਲੀ ਐਡ ਹੋਏ ਨੇ ਉਹ ਤੁਰਕੀ ਐਡ ਹੋਇਆ। ਤਾਂ ਇਹ ਰੀਸੈਂਟਲੀ ਨਿਊਜ਼ ਦੇ ਵਿੱਚ ਵੀ ਸੀ। ਤਾਂ ਟੋਟਲ 23 ਕੰਟਰੀਜ਼ ਹੁਣ FATF ਦੀ ਜੋ ਗ੍ਰੇ ਲਿਸਟ ਦੇ ਵਿੱਚ ਸੀ। ਤਾਂ ਇਹ ਸੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਇਹ ਸੀਗੇ ਬੇਸਿਕ ਪੁਆਇੰਟਸ ED ਬਾਰੇ ਅਤੇ FATF ਬਾਰੇ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।